ਹੈਲੋ एवरीवन ਵੈਲਕਮ ਟੂ ਭਾਰਤ ਆਈਕਿਊ ਐਜੂਕੇਸ਼ਨ। ਅੱਜ ਆਪਾਂ ਡਿਸਕਸ ਕਰਾਂਗੇ ਇੰਪੋਰਟੈਂਟ ਜਨਰਲ ਅਵੇਅਰਨੈਸ ਦੇ MCQ, ਜਿਹੜਾ ਕਿ ਪਾਰਟ 2 ਰਹੇਗਾ। ਇਸ ਤੋਂ ਪਹਿਲਾਂ ਆਪਾਂ ਨੇ ਪਾਰਟ 1 ਸੀ ਜਿਹੜਾ ਉਹ ਕਵਰ ਕਰ ਲਿਆ ਸੀਗਾ। ਜਿਨ੍ਹਾਂ ਬੱਚਿਆਂ ਨੇ ਉਹ ਨਹੀਂ ਦੇਖਿਆ ਉਹ ਜਾ ਕੇ ਪਲੇਲਿਸਟ ਦੇ ਵਿੱਚ ਉਹਨੂੰ ਦੇਖ ਲਿਓ। ਤੇ ਅੱਜ ਜਿਹੜਾ ਕੀ ਕਵਰ ਕਰਾਂਗੇ ਆਪਾਂ, ਅੱਜ ਜਿਹੜੇ ਨੈਕਸਟ MCQ ਨੇ 20 ਉਹ ਡਿਸਕਸ ਕਰਾਂਗੇ ਆਪਾਂ। ਤੇ ਜ਼ਿਆਦਾ ਦੇਰੀ ਨਾ ਕਰਦੇ ਹੋਏ ਅੱਜ ਦਾ ਆਪਾਂ ਪਹਿਲਾ ਕੁਐਸਚਨ ਲੈਂਦੇ ਹਾਂ। ਫਸਟ ਕੁਐਸਚਨ ਕੀ ਕਹਿ ਰਿਹਾ ਹੈ, ਦ ਫਸਟ ਸੌਫਟਵੇਅਰ ਟੈਕਨੋਲੋਜੀ ਪਾਰਕ in Punjab was set up in 1998-1999 in the city of, ਜਿਹੜਾ ਆਪਣਾ ਸੌਫਟਵੇਅਰ ਟੈਕਨੋਲੋਜੀ ਪਾਰਕ ਹੈ ਫਸਟ, ਉਹ ਪੰਜਾਬ ਦੇ ਵਿੱਚ ਜਿਹੜਾ ਕਿ ਕਦੋਂ ਇਸਟੈਬਲਿਸ਼ ਹੋਇਆ ਸੀਗਾ 1998-99 ਦੇ ਵਿੱਚ। ਕੁਐਸਚਨ ਇਹ ਵੀ ਆ ਸਕਦਾ ਕਿ ਕਦੋਂ ਇਸਟੈਬਲਿਸ਼ ਹੋਇਆ ਸੀ ਫਸਟ, ਹੈ ਨਾ। ਤਾਂ ਇਹ ਵੀ ਯਾਦ ਰੱਖਣਾ ਤੁਸੀਂ, 1998-99 ਦੇ ਵਿੱਚ ਇਸਟੈਬਲਿਸ਼ ਹੋਇਆ ਸੀ। ਕਿੱਥੇ ਹੋਇਆ ਸੀਗਾ ਕੁਐਸਚਨ ਪੁੱਛਿਆ ਗਿਆ, ਆਨਸਰ ਆਏਗਾ ਮੋਹਾਲੀ। ਤੁਸੀਂ ਯਾਦ ਰੱਖਣਾ ਮੋਹਾਲੀ ਦੇ ਵਿੱਚ ਫਸਟ ਸੌਫਟਵੇਅਰ ਟੈਕਨੋਲੋਜੀ ਪਾਰਕ। ਸੌਫਟਵੇਅਰ ਟੈਕਨੋਲੋਜੀ ਪਾਰਕ ਮਤਲਬ ਜਿੱਥੇ ਸੌਫਟਵੇਅਰ ਕੰਪਨੀ ਦਾ ਕਲਸਟਰ ਹੋਵੇ, ਮੀਨਸ ਕਾਫੀ ਸਾਰੀਆਂ ਸੌਫਟਵੇਅਰ ਕੰਪਨੀਜ਼ ਮਿਲ ਕੇ, ਹੈ ਨਾ, ਕਲਸਟਰ ਕ੍ਰੀਏਟ ਕਰਨੇ ਹਨ। ਉੱਥੋਂ ਐਕਸਪੋਰਟ ਹੋਵੇ, ਇੰਪੋਰਟ ਹੋਵੇ, ਉਹ ਸਾਰੀਆਂ ਚੀਜ਼ਾਂ ਇੱਥੇ ਹੁੰਦੀਆਂ ਨੇ, ਠੀਕ ਹੈ। ਯਾਦ ਰੱਖਿਓ। ਨਾਲੇ ਤੁਸੀਂ ਯਾਦ ਰੱਖਣਾ ਪੁੱਛਿਆ ਜਾ ਸਕਦਾ ਹੈ ਕਿ ਭਾਰਤ ਦਾ, ਇੰਡੀਆ ਦਾ ਫਸਟ ਸੌਫਟਵੇਅਰ ਟੈਕਨੋਲੋਜੀ ਪਾਰਕ ਕਿੱਥੇ ਬਣਿਆ ਸੀਗਾ। ਤਾਂ ਯਾਦ ਰੱਖਿਓ ਬੰਗਲੁਰੂ ਦੇ ਵਿੱਚ ਬਣਿਆ ਸੀਗਾ, ਕਰਨਾਟਕਾ ਦੇ ਵਿੱਚ। ਤੇ ਉਹ ਵੀ ਯਾਦ ਰੱਖਿਓ ਈਅਰ 1990 ਦੇ ਵਿੱਚ, ਠੀਕ ਹੈ। ਬੈਂਗਲੁਰੂ ਕਰਨਾਟਕਾ ਦੇ ਵਿੱਚ 1990 ਦੇ ਵਿੱਚ ਇੰਡੀਆ ਦਾ ਬਣਿਆ ਸੀਗਾ। ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਮੋਹਾਲੀ ਦੇ ਵਿੱਚ ਬਣਿਆ ਸੀਗਾ 1998-99 ਦੇ ਵਿੱਚ। ਇਹ ਦੋਨੋਂ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ। ਨੈਕਸਟ ਕੁਐਸਚਨ ਕੀ ਹੈ, ਹੂ ਅਮੰਗ ਦਾ ਫੋਲੋਇੰਗ ਕੈਨ ਬੀ ਕ੍ਰੈਡਿਟਡ ਵਿਦ ਦਾ ਇਨਵੈਂਸ਼ਨ ਆਫ ਦਾ ਇੰਸਟਰੂਮੈਂਟ ਕਾਲਡ ਦਿਲਰੂਬਾ। ਆਪਾਂ ਨੂੰ ਪਤਾ ਹੈ, ਹੈ ਨਾ, ਜਿੰਨੇ ਵੀ ਆਪਣੇ ਗੁਰੂ ਸਾਹਿਬਾਨ ਹੋਏ ਸੀਗੇ, ਹੈ ਨਾ, ਉਹਨਾਂ ਨੇ ਕਿਸੇ ਨਾ ਕਿਸੇ ਚੀਜ਼ 'ਚ ਹਿੱਸਾ ਪਾਇਆ ਹੈਗਾ। ਅਤੇ ਜਿਹੜੇ ਦਿਲਰੂਬਾ ਸੀਗਾ ਤਾਂ ਕਿਹਨਾਂ ਨੇ ਕੀਤਾ ਸੀਗਾ, ਗੁਰੂ ਗੋਬਿੰਦ ਸਿੰਘ ਜੀ ਨੇ। ਜਿਹੜੇ ਆਪਣੇ 10th ਗੁਰੂ ਸੀਗੇ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੇ ਇੰਸਟਰੂਮੈਂਟ ਦੀ ਇਨਵੈਂਸ਼ਨ ਕੀਤੀ ਸੀਗੀ। ਕਿਹੜੀ ਸੀ, ਦਿਲਰੂਬਾ। ਨਾਲੇ ਜੇ ਆਪਾਂ ਯਾਦ ਰੱਖੀਏ ਤਾਂ ਜਿਹੜੇ ਭਾਈ ਮਰਦਾਨਾ ਜੀ ਸੀਗੇ, ਉਹਨਾਂ ਨੇ ਕਿਹਦੀ ਕੀਤੀ ਸੀਗੀ, ਰਬਾਬ ਦੀ, ਠੀਕ ਹੈ। ਯਾਦ ਰੱਖਿਓ। ਨਾਲੇ ਤੁਸੀਂ ਯਾਦ ਰੱਖਣਾ ਐਡੀਸ਼ਨਲ ਇਨਫੋਰਮੇਸ਼ਨ ਜਿਹੜੀ ਕਿ ਪੇਪਰਾਂ 'ਚ ਪੁੱਛੀ ਜਾ ਰਹੀ ਹੈ, ਗੁਰੂ ਅਰਜਨ ਦੇਵ ਜੀ ਨੇ ਕਿਹਦੀ ਕੀਤੀ ਸੀਗੀ, ਦੋ ਚੀਜ਼ਾਂ ਦੀ ਕੀਤੀ ਸੀ। ਇੱਕ ਜੋੜੀ ਦੀ, ਠੀਕ ਹੈ, ਇੱਕ ਕੀਤੀ ਸੀ ਸਰੰਦਾ, ਠੀਕ ਹੈ। ਤੁਸੀਂ ਦੋਨੋਂ ਚੀਜ਼ਾਂ ਯਾਦ ਰੱਖਣੀਆਂ ਨੇ। ਗੁਰੂ ਅੰਗਦ ਦੇਵ ਜੀ ਨੇ ਜੋੜੀ ਤੇ ਸਰੰਦਾ ਦੀ ਕੀਤੀ। ਇਹੀ ਆਪਾਂ ਗੁਰੂ ਹਰਗੋਬਿੰਦ ਸਿੰਘ ਜੀ ਦੀ ਗੱਲ ਕਰੀਏ ਤਾਂ ਗੁਰੂ ਹਰਗੋਬਿੰਦ ਸਿੰਘ ਜੀ ਨੇ ਕੀਤੀ ਸੀਗੀ ਸਰੰਗੀ ਦੀ। ਕਿਹਦੀ ਕੀਤੀ ਸੀ, ਸਰੰਗੀ ਦੀ, ਠੀਕ ਹੈ। ਨੈਕਸਟ ਨਾਲ ਹੀ ਤੁਸੀਂ ਯਾਦ ਰੱਖਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦਿਲਰੂਬਾ ਦੀ ਤਾਂ ਕੀਤੀ ਸੀ, ਇੱਕ ਕੀਤੀ ਸੀ ਤਾਊਸ ਦੀ। ਇਹ ਵੀ ਹਾਲ ਹੀ ਪੇਪਰਾਂ ਦੇ ਵਿੱਚ ਪੁੱਛਿਆ ਗਿਆ ਸੀਗਾ ਕਿ ਤਾਊਸ ਦੀ ਕਿਹਨੇ ਕੀਤੀ ਸੀਗੀ। ਇਹ ਵੀ ਤੁਸੀਂ ਯਾਦ ਰੱਖਿਓ, ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਤਾਊਸ ਦੀ, ਠੀਕ ਹੈ। ਇਹ ਸਾਰੀ ਇਨਫੋਰਮੇਸ਼ਨ ਤੁਸੀਂ ਕਾਪੀ ਨੇ 'ਚੋਂ ਨੋਟ ਕਰ ਲੈਣੀ ਹੈ। ਕਿਉਂਕਿ ਇਹ ਕੁਐਸਚਨ ਇਹ ਤਾਂ ਪੁੱਛਿਆ ਗਿਆ ਹੈਗਾ, ਜਿਹੜੇ ਬਾਕੀ ਨੇਗੇ ਇਹ ਵੀ ਕਿਸੇ ਨਾ ਕਿਸੇ ਪੇਪਰ 'ਚ ਆ ਜਾਣਗੇ ਅਤੇ ਅੱਗੇ ਆਉਣ ਦੀ ਪੂਰੀ ਸੰਭਾਵਨਾ ਹੈ। ਨੈਕਸਟ ਕੁਐਸਚਨ ਹੈ, ਦ ਵਰਲਡ ਹੈਲਥ ਆਰਗੇਨਾਈਜੇਸ਼ਨ ਹੈਜ਼ ਫਾਰਮਡ ਆ ਵਨ ਹੈਲਥ ਹਾਈ ਲੈਵਲ ਐਕਸਪਰਟ ਪੈਨਲ ਫॉर ਵਿਚ ਆਫ ਦਾ ਫੋਲੋਇੰਗ ਪਰਪਸ, ਠੀਕ ਹੈ। ਉਹਨਾਂ ਨੇ ਕੀ ਕੀਤਾ, ਇੱਕ ਹਾਈ ਹੈਲਥ ਲੈਵਲ ਦਾ ਇੱਕ ਐਕਸਪਰਟ ਪੈਨਲ ਬਣਾਇਆ। ਤਾਂ ਉਹ ਕਾਹਦੇ ਵਾਸਤੇ ਬਣਾਇਆ, ਠੀਕ ਹੈ। ਤਾਂ ਟੂ ਐਡਰੈਸ ਦਾ ਇਮਰਜੈਂਸ ਆਫ ਜੈਨੇਟਿਕ ਡਿਸੀਜ਼। ਬਿਲਕੁਲ ਸਹੀ ਹੈ ਕਿ ਜਿਹੜੇ ਜੈਨੇਟਿਕ ਡਿਸੀਜ਼ ਕੀ ਹੁੰਦੇ ਨੇ, ਪਹਿਲਾਂ ਜਿਹੜੇ ਜਿਵੇਂ ਵਾਇਰਸ ਤੋਂ, ਬੈਕਟੀਰੀਆ ਤੋਂ, ਫੰਗੀ ਤੋਂ, ਇਹਨਾਂ ਚੀਜ਼ਾਂ ਤੋਂ ਜਿੰਨੇ ਵੀ ਡਿਸੀਜ਼ ਹੁੰਦੀਆਂ ਨੇ ਉਹਨਾਂ ਨੂੰ ਜੈਨੇਟਿਕ ਡਿਸੀਜ਼ ਕਿਹਾ ਜਾਂਦਾ ਹੈਗਾ। ਤਾਂ ਬਿਲਕੁਲ ਉਹਨਾਂ ਵਾਸਤੇ ਇਹ ਬਣਾਇਆ ਗਿਆ ਸੀਗਾ। ਨੈਕਸਟ ਕੀ ਹੈ, ਟੂ ਅਹਾਂਸ ਦਾ ਐਗਜ਼ਿਸਟਿੰਗ ਮਲਟੀਲੇਟਰਲ ਹੈਲਥ ਆਰਕੀਟੈਕਚਰ, ਠੀਕ ਹੈ। ਇਹਦੀ ਕੋਈ ਗੱਲ ਨਹੀਂ ਕੀਤੀ ਗਈ ਸੀ ਇਹਦੇ ਵਿੱਚ, ਠੀਕ ਹੈ। ਤਾਂ ਆਨਸਰ ਆ ਜਾਏਗਾ ਆਪਾਂ ਓਨਲੀ 1। ਯਾਦ ਰੱਖਿਓ। ਤੁਸੀਂ ਕਮੈਂਟ ਦੇ ਵਿੱਚ ਦੱਸਣਾ ਹੈ ਜਿਹੜਾ WHO ਹੈ ਇਹ ਕਦੋਂ ਬਣਿਆ ਸੀਗਾ, ਠੀਕ ਹੈ, ਕਦੋਂ ਬਣਿਆ ਸੀ ਅਤੇ ਇਹਦੇ ਹੈੱਡਕੁਆਟਰ ਕਿੱਥੇ ਨੇ, ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ। ਨੈਕਸਟ ਕੁਐਸਚਨ ਕੀ ਆ ਗਿਆ, ਦ ਬੈਸਟ ਫੀਫਾ ਮੈਨਜ਼ ਪਲੇਅਰ 2020 ਹੈਜ਼ ਬੀਨ ਗਿਵਨ ਟੂ ਵਿਚ ਪਲੇਅਰ। ਫੀਫਾ ਦਾ ਜਿਹੜਾ ਮੈਨਜ਼ ਪਲੇਅਰ ਸੀ 2020 ਦਾ, ਉਹ ਕਿਹਨੂੰ ਦਿੱਤਾ ਗਿਆ, ਰੋਬਰਟ ਲੈਵਾਂਡੋਵਸਕੀ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ ਹੈਗਾ। ਰੋਬਰਟ ਲੈਵਾਂਡੋਵਸਕੀ ਸੀ ਜਿਹੜਾ, ਉਹਨੂੰ ਕੀ ਕੀਤਾ ਗਿਆ, ਮੈਨਜ਼ ਫੀਫਾ ਪਲੇਅਰ 2020 ਦਾ ਅਵਾਰਡ ਦਿੱਤਾ ਗਿਆ। ਇਹ ਤੁਸੀਂ ਯਾਦ ਰੱਖਣਾ ਹੈ। ਇੱਕ ਪੇਪਰ 'ਚ ਨਹੀਂ, ਇਹ 2-3 ਪੇਪਰਾਂ 'ਚ ਪੁੱਛਿਆ ਜਾ ਚੁੱਕਿਆ, ਇਸ ਕਰਕੇ ਇਹ ਕੁਐਸਚਨ ਮੈਂ ਇੱਥੇ ਲੈਤਾ ਹੈਗਾ। ਨਾਲੇ ਤੁਸੀਂ ਯਾਦ ਰੱਖਣਾ ਜਿਹੜਾ ਹੁਣ ਆਉਣ ਵਾਲਾ ਫੀਫਾ ਵਰਲਡ ਕੱਪ ਹੈ, ਉਹ ਕਿੱਥੇ ਹੋਣਾ ਹੈਗਾ, ਕਤਰ ਦੇ ਵਿੱਚ ਹੋਣਾ ਹੈਗਾ। ਇਹ ਤੁਸੀਂ ਯਾਦ ਰੱਖਿਓ, ਇਹ ਕੁਐਸਚਨ ਪੁੱਛਿਆ ਜਾ ਰਿਹਾ ਹੈਗਾ, ਇਹਨੂੰ ਵੀ ਤੁਸੀਂ ਯਾਦ ਰੱਖਣਾ ਹੈ। ਨਾਲੇ ਤੁਸੀਂ ਯਾਦ ਰੱਖਣਾ ਹੈ ਕਿ ਜਿਹੜਾ ਫੀਫਾ ਹੈ, ਜਿਹੜੀ ਕਿ ਇੱਕ ਫੁੱਟਬਾਲ ਦੀ ਫੈਡਰੇਸ਼ਨ ਹੈ, ਠੀਕ ਹੈ। ਫੁੱਟਬਾਲ ਦੇ ਜਿਹੜੇ ਫੈਡਰੇਸ਼ਨ ਹੈ ਉਹਦਾ ਹੈੱਡਕੁਆਟਰ ਕਿੱਥੇ ਨੇ, ਤਾਂ ਤੁਸੀਂ ਯਾਦ ਰੱਖਿਓ ਯੂਰਿਚ, ਸਵਿਟਜ਼ਰਲੈਂਡ, ਠੀਕ ਹੈ। ਯੂਰਿਚ ਸਵਿਟਜ਼ਰਲੈਂਡ ਦੇ ਵਿੱਚ ਉਹਦੇ ਹੈੱਡਕੁਆਟਰ ਨੇ। ਇਹੀ ਆਪਾਂ ਉਹਨਾਂ ਦੇ ਪ੍ਰੈਜ਼ੀਡੈਂਟ ਦੀ ਗੱਲ ਕਰੀਏ ਤਾਂ ਉਹਨਾਂ ਦਾ ਨਾਮ ਹੈ ਗਿਆਨੀ ਇਨਫੈਂਟਿਨੋ, ਠੀਕ ਹੈ। ਇਹ ਤੁਸੀਂ ਯਾਦ ਰੱਖਿਓ।
ਪੁੱਛਿਆ ਜਾ ਸਕਦਾ ਹੈ ਕਿ ਪ੍ਰੈਜ਼ੀਡੈਂਟ ਦਾ ਨਾਮ ਕੀ ਹੈ, ਪੁੱਛਿਆ ਜਾ ਸਕਦਾ ਕਿ ਹੈਡਕੁਆਟਰ ਕਿੱਥੇ ਨੇ, ਇਹ ਤੁਸੀਂ ਯਾਦ ਰੱਖਣਾ। ਠੀਕ ਹੈ, ਹਾਲ ਹੀ ਕਰੰਟ ਦੀ ਗੱਲ ਕਰੀਏ ਤਾਂ ਜਿਹੜਾ ਆਪਣਾ ਇੰਡੀਆ ਹੈ ਉਹਨੇ ਕੀ ਕੀਤਾ, ਜਿਹੜੀ ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ ਸੀਗਾ ਉਹਦਾ ਕੱਪ ਕੀ ਕੀਤਾ, ਜਿੱਤ ਲਿਆ। ਠੀਕ ਹੈ, 1-2 ਦਿਨ ਪਹਿਲਾਂ ਦੀ ਖਬਰ ਆਈ ਹੈ ਕਿ ਜਿਹੜਾ ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ ਦਾ ਕੱਪ ਸੀਗਾ ਜਿਹੜਾ ਉਹ ਇੰਡੀਆ ਨੇ ਜਿੱਤ ਲਿਆ ਨੇਪਾਲ ਨੂੰ ਹਰਾ ਕੇ ਕੱਪ ਜਿੱਤ ਲਿਆ। ਇਹ ਵੀ ਤੁਸੀਂ ਨੋਟ ਕਰ ਲਓ, ਆਉਣ ਵਾਲੇ ਪੇਪਰਾਂ 'ਚ ਪੁੱਛਿਆ ਜਾ ਸਕਦਾ। ਨੈਕਸਟ ਕੁਐਸਚਨ ਕੀ ਹੈ, ਮਾਈਕਲ ਓ ਡਾਇਰ ਵਾਜ਼ ਅਸੈਸੀਨੇਟਡ ਬਾਏ ਵਿਚ ਆਫ ਥੀਜ਼ ਇੰਡੀਅਨ ਰੈਵੋਲੂਸ਼ਨਰੀਜ਼। ਠੀਕ ਹੈ, ਇਹ ਤਾਂ ਬਹੁਤ ਹੀ ਆਸਾਨ ਕੁਐਸਚਨ ਹੈ ਕਿ ਮਾਈਕਲ ਓ ਡਾਇਰ ਨੂੰ ਕਿਹਨੇ ਅਸੈਸੀਨੇਟ ਕੀਤਾ ਸੀਗਾ। ਤਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਦਮ ਸਿੰਘ ਸੀ, ਜਿਹੜੇ ਕਿ ਸੁਨਾਮ ਨੂੰ ਬਿਲੋਂਗ ਕਰਦੇ ਨੇਗੇ। ਠੀਕ ਹੈ, ਉਹਨਾਂ ਨੇ ਕੀ ਕੀਤਾ ਸੀ 1940 ਦੇ ਵਿੱਚ ਲੰਡਨ ਦੇ ਵਿੱਚ ਜਾ ਕੇ ਮਾਈਕਲ ਓ ਡਾਇਰ ਨੂੰ ਕੀ ਕੀਤਾ ਸੀ, ਅਸੈਸੀਨੇਟ ਕੀਤਾ ਸੀ। ਕਿਉਂਕਿ ਇਹਨਾਂ ਦੇ ਗਵਰਨਰ ਜਨਰਲ, ਜਦੋਂ ਇਹ ਗਵਰਨਰ ਜਨਰਲ ਸੀਗੇ ਪੰਜਾਬ ਦੇ, ਉਦੋਂ ਕੀ ਕੀਤਾ ਗਿਆ ਸੀਗਾ, ਤਾਂ ਉਹਨਾਂ ਨੇ ਆਰਡਰ ਦਿੱਤੇ ਗਏ ਸੀਗੇ ਕਿਹਨੂੰ, ਜਨਰਲ ਡਾਇਰ ਨੂੰ। ਠੀਕ ਹੈ, ਇਹ ਬਿਲਕੁਲ ਦੋਨੋਂ ਅਲੱਗ-ਅਲੱਗ ਬੰਦੇ ਸੀਗੇ। ਜਨਰਲ ਡਾਇਰ ਨੇ ਕੀ ਕੀਤਾ ਸੀਗਾ, ਅਟੈਕ ਕੀਤਾ ਸੀਗਾ, ਬਟ ਕਿਹਨੂੰ ਪਤਾ ਸੀਗਾ ਮਤਲਬ ਕਿ ਉਦੋਂ ਗਵਰਨਰ ਜਨਰਲ ਕੌਣ ਸੀਗਾ, ਓ ਡਾਇਰ ਸੀਗਾ। ਠੀਕ ਹੈ, ਜਨਰਲ ਡਾਇਰ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਸੀ, ਇਸ ਕਰਕੇ ਬਦਲਾ ਲੈਣ ਲਈ ਜਿਹੜਾ ਕਿ 1913 ਦੇ ਵਿੱਚ ਹੈ ਨਾ ਜਲਿਆਂਵਾਲਾ ਬਾਗ ਕਾਂਡ ਹੋਇਆ ਸੀਗਾ, ਠੀਕ ਹੈ, ਅਟੈਕ ਹੋਇਆ ਸੀਗਾ, ਉਹਦੇ ਬਦਲਾ ਲੈਣ ਵਾਸਤੇ ਸ਼ਹੀਦ ਊਧਮ ਸਿੰਘ ਜੀ ਨੇ ਕੀ ਕੀਤਾ ਸੀਗਾ, ਮਾਈਕਲ ਓ ਡਾਇਰ ਨੂੰ ਮਾਰਿਆ ਸੀਗਾ ਲੰਡਨ ਦੇ ਵਿੱਚ 1940 ਦੇ ਵਿੱਚ। ਇਹ ਯਾਦ ਰੱਖਿਓ, ਜਨਰਲ ਡਾਇਰ ਸੀਗਾ ਜਿਹੜਾ ਉਹਨੇ ਅਟੈਕ ਕੀਤਾ ਸੀਗਾ, ਬਟ ਮਾਰਿਆ ਸੀਗਾ ਜਾ ਕੇ ਮਾਈਕਲ ਓ ਡਾਇਰ ਨੂੰ, ਜਿਹੜੇ ਕਿ ਉਸ ਟਾਈਮ ਦੇ ਗਵਰਨਰ ਸੀਗੇ। ਤੁਸੀਂ ਇਹ ਯਾਦ ਰੱਖਣਾ। ਨੈਕਸਟ ਕੁਐਸਚਨ ਆ ਗਿਆ, ਅਕੋਰਡਿੰਗ ਟੂ ਦ ਕੰਸਟੀਟਿਊਸ਼ਨ ਆਫ ਇੰਡੀਆ ਦੇयर ਸ਼ੈਲ ਬੀ ਅ ਡਿਸਟ੍ਰਿਕਟ ਕੌਂਸਲ ਫॉर ਈਚ ਆਟੋਨੋਮਸ ਡਿਸਟ੍ਰਿਕਟ ਕੰਸਿਸਟਿੰਗ ਆਫ ਨੋਟ ਮੋਰ ਦੈਨ ਡੈਸ਼ ਮੈਂਬਰਸ। ਠੀਕ ਹੈ, ਇੱਕ ਡਿਸਟ੍ਰਿਕਟ ਕੌਂਸਲ ਬਣਦੀ ਹੈਗੀ, ਆਟੋਨੋਮਸ ਡਿਸਟ੍ਰਿਕਟ ਦੀ ਜਿਹੜੀ ਕਮੇਟੀਜ਼ ਬਣਦੀਆਂ ਨੇਗੀਆਂ, ਉਹਦੇ ਕਹਿੰਦੇ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਨੇ, 30 ਮੈਂਬਰ ਹੋ ਸਕਦੇ ਨੇ। ਜਿਹੜੀਆਂ ਆਟੋਨੋਮਸ ਡਿਸਟ੍ਰਿਕਟ ਕੌਂਸਲਸ ਨੇਗੀਆਂ, ਠੀਕ ਹੈ, ਇਹ ਕਿੱਥੇ ਬਣਦੀਆਂ ਨੇ, ਇਹ ਉਹਨਾਂ ਇਲਾਕਿਆਂ 'ਚ ਬਣਦੀਆਂ ਨੇ ਜਿਹੜੀਆਂ ਕਿ 7th ਸ਼ਡਿਊਲ ਦੇ ਵਿੱਚ ਮੈਂਸ਼ਨ ਨੇ। ਠੀਕ ਹੈ, 7th ਸ਼ਡਿਊਲ 'ਚ ਜਿੰਨੀਆਂ ਵੀ ਮੈਂਸ਼ਨ ਨੇਗੀਆਂ, ਠੀਕ ਹੈ, ਕਿਹੜੀਆਂ ਸਟੇਟ ਮੈਂਸ਼ਨ ਨੇਗੀਆਂ, ਟ੍ਰਿਕ ਯਾਦ ਰੱਖਿਓ, ATM2। ਠੀਕ ਹੈ, ATM2 ਜਿਹੜੀਆਂ ਕਿ 6th ਸ਼ਡਿਊਲ ਦੇ ਵਿੱਚ ਮੈਂਸ਼ਨ ਨੇਗੀਆਂ, ਉਹਨਾਂ ਵਿੱਚ ਸਭ ਤੋਂ ਪਹਿਲਾਂ ਇਹਦੀ ਅਸਾਮ, ਫਿਰ ਤ੍ਰਿਪੁਰਾ, ਫਿਰ ਇੱਕ ਮਿਜ਼ੋਰਮ। M2 ਦਾ ਮਤਲਬ ਇੱਕ ਮਿਜ਼ੋਰਮ, ਇੱਕ ਮੇਘਾਲਿਆ। ਠੀਕ ਹੈ, ਤੁਸੀਂ ਚਾਰੇ ਸਟੇਟਸ ਯਾਦ ਰੱਖਣੀਆਂ ਨੇ, 6th ਸ਼ਡਿਊਲ ਦੇ ਵਿੱਚ ਆਉਂਦੀਆਂ ਨੇ ਇਹ ਕਿਹੜੀਆਂ, ਅਸਮ, ਤ੍ਰਿਪੁਰਾ, ਮਿਜ਼ੋਰਮ ਤੇ ਮੇਘਾਲਿਆ। ਇਹਨਾਂ ਵਿੱਚ ਕੀ ਬਣਦੀ ਹੈਗੀ, ਆਟੋਨੋਮਸ ਡਿਸਟ੍ਰਿਕਟ ਕੌਂਸਲ ਬਣਦੀਆਂ ਨੇਗੀਆਂ। ਠੀਕ ਹੈ, ਜਿਨ੍ਹਾਂ ਦੇ ਵੱਧੋ ਵੱਧ ਮੈਂਬਰ ਕਿੰਨੇ ਹੋ ਸਕਦੇ ਨੇਗੇ, 30 ਹੋ ਸਕਦੇ ਨੇ, ਇਹ ਤੁਸੀਂ ਯਾਦ ਰੱਖਿਓ। ਠੀਕ ਹੈ, ਨੈਕਸਟ ਕੁਐਸਚਨ ਲੈਂਦੇ ਆਪਾਂ, ਵਟ ਹੈਜ਼ ਬੀਨ ਇੰਟਰੋਡਿਊਸਡ ਇਨ ਆਰਡਰ ਟੂ ਲੈਸਨ ਦਾ ਬਰਡਨ ਔਨ ਦਾ ਸੁਪਰੀਮ ਕੋਰਟ। ਕਿਹੜੀ ਚੀਜ਼ ਇੰਟਰੋਡਿਊਸ ਕੀਤੀ ਗਈ ਜਿਹਦੇ ਨਾਲ ਕੀ ਹੋਵੇ, ਬਰਡਨ ਕੰਮ ਹੋ ਜਾਏ ਸੁਪਰੀਮ ਕੋਰਟ ਤੇ, ਆਪਣੇ ਕੋਰਟਸ ਤੇ ਬਰਡਨ ਕੰਮ ਹੋ ਜਾਏ। ਠੀਕ ਹੈ, ਯਾਦ ਰੱਖਣਾ, ਹਿਊਮਨ ਰਾਈਟਸ ਕਮਿਸ਼ਨ। ਠੀਕ ਹੈ, ਇਹਦੇ ਨਾਲ ਕੀ ਹੋਇਆ, ਜਦੋਂ ਹਿਊਮਨ ਰਾਈਟਸ ਕਮਿਸ਼ਨ ਆਇਆ ਤਾਂ ਜਿਹੜੇ ਹਿਊਮਨ ਐਕਟਿਵਿਸਟ ਸੀਗੇ ਉਹ ਵੱਧ ਤੜਕੇ ਹਿੱਸਾ ਲੈਣ ਲੱਗ ਗਏ। ਠੀਕ ਹੈ, ਜਿਹੜੇ ਕੇਸਸ ਸੀਗੇ ਜਿਹੜੇ ਕਿ ਹਿਊਮਨ ਰਾਈਟਸ ਦੇ ਵਾਇਲੇਸ਼ਨ ਨਾਲ ਕੰਮ ਕਰਦੇ ਸੀਗੇ, ਉਹ ਸਾਰੇ ਹਿਊਮਨ ਰਾਈਟਸ ਕਮਿਸ਼ਨ ਕੋਲ ਜਾਣ ਲੱਗ ਗਏ, ਤੇ ਉਹਦੇ ਨਾਲ ਕੀ ਹੋਇਆ, ਸੁਪਰੀਮ ਕੋਰਟ ਤੇ ਬਰਡਨ ਘਟ ਗਿਆ। ਠੀਕ ਹੈ, ਹੁਣ ਤੁਸੀਂ ਯਾਦ ਰੱਖਣਾ, ਜਿਹੜਾ ਹਿਊਮਨ ਰਾਈਟ ਕਮਿਸ਼ਨ ਹੈ ਇਹ ਇੱਕ ਕੀ ਹੈ, ਸਟੈਚੂਰੀ ਬੋਡੀ ਹੈ। ਸਟੈਚੂਰੀ ਬੋਡੀ ਦਾ ਮਤਲਬ ਐਕਟ ਨਾਲ ਆਈ ਹੋਈ ਹੈ। ਠੀਕ ਹੈ, ਕਦੋਂ ਬਣੀ ਸੀ ਇਹ, 1993 ਦੇ ਵਿੱਚ। ਸਿੱਧਾ ਪੁੱਛ ਲੈਂਦੇ ਨੇ, ਹਿਊਮਨ ਰਾਈਟ ਕਮਿਸ਼ਨ ਇੰਡੀਆ ਦੇ ਵਿੱਚ, ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਜਿਹੜਾ ਆਇਆ ਸੀਗਾ ਉਹ ਇੰਡੀਆ ਦੇ ਵਿੱਚ ਕਦੋਂ ਆਇਆ ਸੀ, 1993 ਦੇ ਵਿੱਚ ਆਇਆ ਸੀਗਾ। ਤੇ ਐਟ ਏ ਟਾਈਮ ਉਹਨਾਂ ਦੇ ਪ੍ਰੈਜ਼ੀਡੈਂਟ ਕੌਣ ਨੇ, HL ਦੱਤੂ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ ਹੈ। 1993 ਦੇ ਵਿੱਚ ਬੋਡੀ ਬਣੀ ਜਿਹੜੀ ਕਿ ਸਟੈਚੂਰੀ ਬੋਡੀ ਹੈ, ਕਿਉਂਕਿ ਉਹ ਐਕਟ ਨਾਲ ਆਈ ਹੈ। ਠੀਕ ਹੈ, ਇਹ ਵੀ ਮੈਂ ਤੁਹਾਨੂੰ ਡਿਫਰੈਂਸ ਦੱਸਦਾ ਕਿ 3 ਤਰ੍ਹਾਂ ਦੀਆਂ ਬੋਡੀਜ਼ ਹੁੰਦੀਆਂ ਨੇ, ਇੱਕ ਹੁੰਦੀਆਂ ਨੇ ਕੰਸਟੀਟਿਊਸ਼ਨਲ ਬੋਡੀਜ਼, ਇੱਕ ਸਟੈਚੂਰੀ ਬੋਡੀਜ਼, ਇੱਕ ਐਗਜ਼ੀਕਿਊਟਿਵ ਬੋਡੀਜ਼। ਠੀਕ ਹੈ, ਜਿਹੜੀ ਕੰਸਟੀਟਿਊਸ਼ਨਲ ਬੋਡੀਜ਼ ਹੁੰਦੀਆਂ ਨੇਗੀਆਂ, ਜਿਵੇਂ ਫਾਈਨਾਂਸ ਕਮਿਸ਼ਨ ਹੋ ਗਿਆ, ਜਿਹੜੇ ਕਿ ਕੰਸਟੀਟਿਊਸ਼ਨ ਦੇ ਵਿੱਚ ਮੈਂਸ਼ਨ ਨੇਗੀਆਂ, ਜਿਵੇਂ ਕਿ ਆਰਟੀਕਲ 280 'ਚ ਫਾਈਨਾਂਸ ਕਮਿਸ਼ਨ ਹੈ, ਤਾਂ ਉਹ ਹੋ ਗਈਆਂ ਕੰਸਟੀਟਿਊਸ਼ਨਲ ਬੋਡੀਜ਼। ਜਿਹੜੀਆਂ ਕਿ ਸਟੈਚੂਰੀ ਬੋਡੀਜ਼ ਹੁੰਦੀਆਂ ਨੇ ਉਹ ਕਿਸੇ ਨਾ ਕਿਸੇ ਐਕਟ ਰਾਹੀਂ ਆਉਂਦੀਆਂ ਨੇ, ਜਿਵੇਂ ਕਿ ਹਿਊਮਨ ਰਾਈਟਸ ਕਮਿਸ਼ਨ ਹੈ ਜਿਹੜਾ, ਇਹ ਇੱਕ ਐਕਟ ਰਾਹੀਂ ਆਇਆ ਸੀ 1993 ਦੇ ਵਿੱਚ। ਠੀਕ ਹੈ, ਐਗਜ਼ੀਕਿਊਟਿਵ ਹੁੰਦੀਆਂ ਨੇ, ਨਾ ਤਾਂ ਉਹ ਐਕਟ ਰਾਹੀਂ ਬਣਦੀਆਂ ਨੇ, ਨਾ ਉਹ ਕੰਸਟੀਟਿਊਸ਼ਨ 'ਚ ਮੈਂਸ਼ਨ ਨੇ, ਬਟ ਉਹਨਾਂ ਨੂੰ ਐਗਜ਼ੀਕਿਊਟ ਕਰਨ ਵਾਸਤੇ ਰੱਖਿਆ ਜਾਂਦਾ ਹੈਗਾ, ਜਿਵੇਂ ਕਿ ਨੀਤੀ ਆਯੋਗ ਆਪਣਾ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਕੀ ਹੈ, ਗਲੋਬਲਾਈਜੇਸ਼ਨ ਇਜ਼ ਦਾ ਪ੍ਰੋਸੈਸ ਆਫ। ਗਲੋਬਲਾਈਜੇਸ਼ਨ ਹੁੰਦੀ ਕੀ ਹੈ, ਆਪਾਂ ਨੂੰ ਪਤਾ ਹੈ, ਗਲੋਬਲ ਕਹਿ ਦਿੰਦੇ ਆਪਾਂ, ਜਿਹੜੀ ਧਰਤੀ ਆਪਣੀ ਪੂਰੀ ਹੈ ਨਾ, ਉਹਨੂੰ ਗਲੋਬ ਕਹਿ ਦਿੰਦੇ ਆ, ਉਹ ਤੋਂ ਬਣਿਆ ਗਲੋਬਲਾਈਜੇਸ਼ਨ। ਮੀਨਸ ਕੀ ਕਹਿ ਰਹੇ ਨੇ, ਅਲਾਉਇੰਗ ਦਾ ਫ੍ਰੀ ਮੂਵਮੈਂਟ ਆਫ ਇਕਨੋਮਿਕ ਐਲੀਮੈਂਟਸ ਅਮੰਗ ਡਿਫਰੈਂਟ ਸੁਸਾਇਟੀਜ਼। ਜੇ ਆਪਾਂ ਕੀ ਕਰ ਦਈਏ, ਜਿਹੜੇ ਇਕਨੋਮਿਕ ਮੂਵਮੈਂਟਸ ਹੁੰਦੀਆਂ ਨੇਗੀਆਂ, ਟ੍ਰੇਡ ਹੋ ਗਿਆ, ਹੋਰ ਹੋ ਗਿਆ, ਉਹਨੂੰ ਆਪਾਂ ਅਲਾਓ ਕਰ ਦਈਏ। ਜਿਵੇਂ ਕਿ ਆਪਣੇ 1991 ਦੇ ਵਿੱਚ ਇੰਡੀਆ ਦੇ ਵਿੱਚ ਰਿਫਾਰਮ ਕੀਤੇ ਗਏ ਸੀਗੇ, ਗਲੋਬਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਤੇ ਲਿਬਰਲਾਈਜੇਸ਼ਨ। ਠੀਕ ਹੈ, ਲਿਬਰਲਾਈਜੇਸ਼ਨ ਕੀਤੀ ਗਈ ਸੀਗੀ, ਪ੍ਰਾਈਵੇਟਾਈਜੇਸ਼ਨ ਕੀਤੀ ਗਈ ਸੀ ਤੇ ਗਲੋਬਲਾਈਜੇਸ਼ਨ ਕੀਤੀ ਗਈ ਸੀ। ਤਿੰਨੇ ਚੀਜ਼ਾਂ ਕੀਤੀਆਂ ਗਈਆਂ ਸੀਗੀਆਂ ਕਦੋਂ, 1991 ਦੇ ਵਿੱਚ। ਤਾਂ ਉਦੋਂ ਇਹ ਵਰਡ ਕੀ ਆਇਆ ਸੀਗਾ, ਟ੍ਰੈਂਡ ਦੇ ਵਿੱਚ ਆਇਆ ਸੀਗਾ, ਗਲੋਬਲਾਈਜੇਸ਼ਨ। ਇਹ ਤੁਸੀਂ ਯਾਦ ਰੱਖਣਾ ਕੀ ਹੁੰਦਾ ਹੈਗਾ,
अलाउइंग फ्री मूवमेंट ऑफ इकोनॉमिक एलिमेंट्स। ठीक है, नेक्स्ट क्वेश्चन की आ गया, द लेवल्स ऑफ इंडस्ट्रियल डेवलपमेंट ऑफ इंडिया ड्यूरिंग द ब्रिटिश राज वाज लिमिटेड ड्यू टू, ਜਿਹੜਾ ਕਿ ਇੰਡਸਟਰੀਅਲ ਡਿਵੈਲਪਮੈਂਟ ਸੀਗੀ ਬ੍ਰਿਟਿਸ਼ ਰਾਜ ਦੇ ਵਿੱਚ ਉਹ ਲਿਮਟਿਡ ਕਿਉਂ ਸੀ, ਮੀਨਸ ਇੰਨੀ ਘੱਟ ਕਿਉਂ ਸੀ, ਇੰਨੀ ਜ਼ਿਆਦਾ ਹੋ ਕਿਉਂ ਨਹੀਂ ਰਹੀ ਸੀਗੀ, ਤਾਂ ਉਹਦਾ ਆਨਸਰ ਬਣਦਾ ਤੁਹਾਡਾ ਨੋਨ ਅਵੇਲੇਬਿਲਿਟੀ ਆਫ ਫੰਡਸ। ਠੀਕ ਹੈ, ਜਿਹੜੀ ਕਿ ਫੰਡਸ ਸੀਗੇ ਉਹਨਾਂ ਦੀ ਅਵੇਲੇਬਿਲਿਟੀ ਕੀ ਸੀਗੀ, ਘੱਟ ਸੀਗੀ। ਕਿਉਂ? ਕਿਉਂਕਿ ਆਪਣੇ ਜ਼ਿਆਦਾ ਕੀ ਬਣਦਾ ਸੀਗਾ, ਕੱਚਾ ਸਮਾਨ ਬਣ ਜਾਂਦਾ ਸੀ। ਠੀਕ ਹੈ, ਜਿਹੜਾ ਪੈਸਾ ਸੀਗਾ ਸਾਰਾ ਕੱਚੇ ਸਮਾਨ ਦਾ ਉਹ ਕਿੱਧਰ ਜਾਂਦਾ ਸੀ, ਯੂਰਪੀਅਨ ਕੰਟਰੀਜ਼ ਲੈ ਜਾਂਦੀਆਂ ਸੀ। ਇਸ ਕਰਕੇ ਆਪਣੇ ਫੰਡਸ ਦੀ ਕਮੀ ਸੀਗੀ, ਤੇ ਇਸ ਕਰਕੇ ਆਪਣੀ ਇੰਨੀ ਇੰਡਸਟਰੀਅਲ ਡਿਵੈਲਪਮੈਂਟ ਕੀ ਨਹੀਂ ਹੋ ਸਕੀ, ਪ੍ਰੋਤਸਾਹਿਤ ਨਹੀਂ ਕਰ ਸਕੀ, ਇੰਨੀ ਵੱਧ ਨਹੀਂ ਸਕੀ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਕੀ ਆ ਗਿਆ, ਵਿਚ ਆਫ ਦ ਫੋਲੋਇੰਗ ਡੇਜ਼ ਵਾਜ਼ ਡਿਕਲੇਅਰਡ ਐਜ਼ ਦਾ ਡਾਇਰੈਕਟ ਐਕਸ਼ਨ ਡੇ ਬਾਈ ਦਾ ਮੁਸਲਿਮ ਲੀਗ। ਠੀਕ ਹੈ, ਆਪਾਂ ਨੂੰ ਪਤਾ ਹੈ ਮੁਸਲਿਮ ਲੀਗ, ਠੀਕ ਹੈ, ਕਿਨੇ ਜਿਹੜੇ ਜਦੋਂ ਮੁਸਲਿਮ ਲੀਗ ਬਣੀ ਨਾ, ਠੀਕ ਹੈ, ਉਦੋਂ 1905, ਠੀਕ ਹੈ, ਉਦੋਂ ਹੀ ਆਪਣੇ ਜਿਹੜੀ ਬੰਗਾਲ ਦੀ ਪਾਰਟੀਸ਼ਨ ਹੋਈ ਸੀ, ਇਹ ਸਾਰੀਆਂ ਮੁਸਲਿਮ ਲੀਗ ਕਿਉਂ ਬਣੀ ਸੀ, ਇਹ ਵੀ ਇੱਕ ਅੰਗਰੇਜ਼ਾਂ ਦਾ ਹੀ ਸੀਗਾ, ਕਿਉਂਕਿ ਆਪਣੇ ਕਮਿਊਨਲ ਰਾਇਟਸ ਕਰਾਉਣਾ ਚਾਹੁੰਦੇ ਸੀ ਉਹ, ਦੰਗੇ ਕਰਵਾਉਣਾ ਚਾਹੁੰਦੇ ਸੀ ਉਹ, ਤੇ ਉਹਨਾਂ ਦੇ ਇਹ ਥੋੜ੍ਹਾ ਸਫਲ ਵੀ ਰਹੇ, ਤਾਂ ਹੀ ਪਾਕਿਸਤਾਨ ਬਣਿਆ। ਠੀਕ ਹੈ, ਤਾਂ ਡਾਇਰੈਕਟ ਐਕਸ਼ਨ ਡੇ ਜਿਹੜਾ ਕਿ ਮੁਸਲਿਮ ਲੀਗ ਨੇ ਕੀ ਕੀਤਾ ਸੀਗਾ, ਅਨਾਊਂਸ ਕੀਤਾ ਸੀ, ਡਿਕਲੇਅਰ ਕੀਤਾ ਸੀਗਾ, ਤੇ ਤਾਂ ਕੀਤਾ ਸੀਗਾ ਕਿਉਂਕਿ ਉਦੋਂ ਕੀ ਹੋ ਰਿਹਾ ਸੀਗਾ ਕਿ ਪਾਕਿਸਤਾਨ ਦੀ ਡਿਮਾਂਡ ਬਹੁਤ ਜ਼ਿਆਦਾ ਚੱਲ ਰਹੀ ਸੀਗੀ, ਪਾਕਿਸਤਾਨ ਦੀ ਮੰਗ ਹੋ ਰਹੀ ਸੀਗੀ। ਤਾਂ 1946 ਕਦੋਂ 16 ਅਗਸਤ 1946 ਦੇ ਵਿੱਚ ਡਿਕਲੇਅਰ ਕਰ ਦਿੱਤਾ ਗਿਆ, ਤਾਂ ਜਿਹਦੇ ਨਾਲ ਕੀ ਹੋਇਆ, ਦੰਗੇ ਫੈਲ ਗਏ ਆਪਣੇ ਬੰਗਾਲ ਦੇ ਵਿੱਚ ਤੇ ਪੰਜਾਬ ਦੇ ਵਿੱਚ, ਬਹੁਤ ਜ਼ਿਆਦਾ ਦੰਗੇ ਹੋਏ ਸੀ ਉਸ ਟਾਈਮ। ਠੀਕ ਹੈ, ਤਾਂ ਉਸ ਨੂੰ ਕਿਹੜਾ ਡੇ ਦਾ ਨਾਮ ਦਿੱਤਾ ਗਿਆ, ਡਾਇਰੈਕਟ ਐਕਸ਼ਨ ਡੇ ਦਾ ਨਾਮ ਦਿੱਤਾ ਗਿਆ, ਤੇ ਡੇਟ ਯਾਦ ਤੁਸੀਂ ਰੱਖਣੀ ਹੈਗੀ 16 ਅਗਸਤ 1946। ਨੈਕਸਟ ਕੁਐਸਚਨ ਕੀ ਹੈ, ਐਗਰੀਕਲਚਰ ਇਜ਼ ਦਾ ਪ੍ਰਾਇਮਰੀ ਸੋਰਸ ਆਫ ਲਾਈਵਲੀਹੁੱਡ ਫॉर ਅਬਾਊਟ ਡੈਸ਼ ਆਫ ਇੰਡੀਆਜ਼ ਪੋਪੂਲੇਸ਼ਨ। ਠੀਕ ਹੈ, ਤੁਸੀਂ ਯਾਦ ਰੱਖਣਾ ਹੈ ਕਿ ਜਿਹੜੀ ਐਗਰੀਕਲਚਰ ਹੈ ਇਹਨੂੰ ਨਾਲ ਕੀ ਕਹਿੰਦੇ ਨੇ, ਪ੍ਰਾਇਮਰੀ ਸੈਕਟਰ ਕਹਿੰਦੇ ਨੇ। ਕੀ ਕਹਿੰਦੇ ਨੇਗੇ, ਪ੍ਰਾਇਮਰੀ ਸੈਕਟਰ। ਠੀਕ ਹੈ, ਆਪਾਂ ਨੂੰ ਪਤਾ ਆਪਣੇ ਮੇਨ 3 ਸੈਕਟਰ ਹੁੰਦੇ ਨੇ, ਪ੍ਰਾਇਮਰੀ ਸੈਕਟਰ, ਟਰਸ਼ਰੀ ਸੈਕਟਰ ਤੇ ਟਰਸ਼ਰੀ ਸੈਕਟਰ ਹੋ ਗਿਆ, ਪ੍ਰਾਇਮਰੀ ਸੈਕਟਰ ਹੋ ਗਿਆ, ਇੱਕ ਸੈਕੰਡਰੀ ਸੈਕਟਰ, ਸੋਰੀ। ਠੀਕ ਹੈ, ਜਿਹੜਾ ਸੈਕੰਡਰੀ ਸੈਕਟਰ ਹੈ ਉਹ ਇੰਡਸਟਰੀ ਨਾਲ ਸੰਬੰਧਿਤ ਹੈ, ਜਿਹੜਾ ਟਰਸ਼ਰੀ ਸੈਕਟਰ ਹੈ ਉਹ ਸਰਵਿਸ ਨਾਲ ਸੰਬੰਧਿਤ ਹੈ। ਠੀਕ ਹੈ, ਜਿਹੜੀ ਸਰਵਿਸ ਆਪਾਂ ਮਿਲਦੀਆਂ ਨੇ ਆਪਾਂ ਨੂੰ, ਚਾਹੇ ਉਹ ਟੈਲੀਕਾਮ ਸਰਵਿਸਿਜ਼ ਹੋ ਗਈਆਂ, ਚਾਹੇ ਉਹ ਹੋਟਲ ਵਗੈਰਾ, ਮੈਨੇਜਮੈਂਟ ਵਗੈਰਾ, ਸਾਰਾ ਕੁਛ, ਇਹ ਸਾਰੀਆਂ ਸਰਵਿਸਿਜ਼ ਨੇ ਜਿਹੜੀਆਂ ਉਹ ਤਾਂ ਟਰਸ਼ਰੀ ਸੈਕਟਰ ਦੇ ਵਿੱਚ ਆਉਂਦੀਆਂ ਨੇ। ਜਿਹੜਾ ਸੈਕੰਡਰੀ ਸੈਕਟਰ ਹੈ ਉਹਦੇ ਵਿੱਚ ਆਪਣੀ ਇੰਡਸਟਰੀਅਲ ਏਰੀਆਜ਼ ਵਗੈਰਾ ਸਾਰਾ ਕੁਛ ਆ ਜਾਂਦਾ ਹੈਗਾ। ਠੀਕ ਹੈ, ਤੁਸੀਂ ਇਹ ਯਾਦ ਰੱਖਣਾ ਹੈ। ਤਾਂ ਹੁਣ ਪੁੱਛਿਆ ਗਿਆ ਹੈਗਾ ਵੀ ਕਿੰਨੇ ਲੋਕ ਕੰਮ ਕਰਦੇ ਨੇਗੇ ਐਗਰੀਕਲਚਰ ਦੇ ਵਿੱਚ, ਤਾਂ 58% ਆਨਸਰ। ਠੀਕ ਹੈ, 58% ਲੋਕ ਕੰਮ ਕਰਦੇ ਨੇਗੇ। ਠੀਕ ਹੈ, ਹੁਣ ਕੀ ਟ੍ਰੈਂਡ ਕੀ ਚੱਲ ਰਿਹਾ ਹੈਗਾ, ਜੇ ਹੁਣ ਆਪਾਂ ਦੇਖੀਏ ਤਾਂ ਸਭ ਤੋਂ ਜ਼ਿਆਦਾ ਇੰਪਲੋਇਮੈਂਟ ਤਾਂ ਆਪਾਂ ਨੂੰ ਐਗਰੀਕਲਚਰ ਦਿੰਦਾ, ਬਟ GDP ਦੇ ਵਿੱਚ ਹਿੱਸਾ ਦੇਖੀਏ, ਮਤਲਬ ਗਰੋਥ ਦੇ ਵਿੱਚ ਹਿੱਸਾ ਦੇਖੀਏ, ਜਿਹੜਾ ਟਰਸ਼ਰੀ ਸੈਕਟਰ ਹੈ, ਸਰਵਿਸ ਸੈਕਟਰ ਹੈ, ਇਹ ਸਭ ਤੋਂ ਜ਼ਿਆਦਾ ਆਪਾਂ ਨੂੰ ਕੀ ਦਿੰਦਾ ਹੈਗਾ, ਇਕਨੋਮਿਕ ਗਰੋਥ ਦਿੰਦਾ ਹੈਗਾ। ਜੇ ਆਪਾਂ ਦੇਖੀਏ ਤਾਂ ਪ੍ਰਾਇਮਰੀ ਸੈਕਟਰ ਸਿਰਫ ਔਰ ਸਿਰਫ 17% ਆਪਣੀ GDP ਦੇ ਵਿੱਚ ਹਿੱਸਾ ਪਾਉਂਦਾ ਹੈ, ਇਹ ਤੁਸੀਂ ਯਾਦ ਰੱਖਿਓ। ਇਹੀ ਆਪਾਂ ਸਰਵਿਸ ਸੈਕਟਰ ਦੀ ਗੱਲ ਕਰੀਏ ਤਾਂ ਸਰਵਿਸ ਸੈਕਟਰ ਲਗਭਗ 54-55% ਕੀ ਕਰਦਾ ਹੈਗਾ, ਆਪਣੀ ਇਕੋਨਮੀ ਦੇ ਵਿੱਚ, ਆਪਣੀ GDP ਦੇ ਵਿੱਚ ਹਿੱਸਾ ਪਾਉਂਦਾ ਹੈ, ਇਹ ਤੁਸੀਂ ਯਾਦ ਰੱਖਣਾ। ਠੀਕ ਹੈ, ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਸਰਵਿਸ ਸੈਕਟਰ ਦਾ GDP ਦੇ ਵਿੱਚ ਕਿੰਨਾ ਹਿੱਸਾ ਹੈ, ਤਾਂ ਤੁਸੀਂ ਯਾਦ ਰੱਖਿਓ 53 ਤੋਂ 55% ਦੇ ਵਿੱਚ ਹਿੱਸਾ ਹੈਗਾ। ਠੀਕ ਹੈ, ਨੈਕਸਟ ਕੁਐਸਚਨ ਕੀ ਹੈ, ਵੇਅਰ ਇਜ਼ ਦਾ ਚੀਨੀ ਕਾ ਰੋਜ਼ਾ ਦ ਟੋਂਬ ਆਫ ਅਫਜ਼ਲ ਖਾਨ ਹੂ ਸਰਵਡ ਐਜ਼ ਦਾ ਚੀਫ ਮਿਨਿਸਟਰ ਆਫ ਐਂਪਰਰ ਸ਼ਾਹਜਹਾਂ ਲੋਕੇਟਡ। ਚੀਨੀ ਕਾ ਰੋਜ਼ਾ ਜਿਹੜਾ ਕਿ ਇੱਕ ਅਫਜ਼ਲ ਖਾਨ ਹੈਗਾ, ਉਹਦਾ ਜਿਹੜਾ ਕਿ ਟੋਂਬ ਬਣੀ ਹੋਈ ਹੈਗੀ, ਉਹ ਕਿੱਥੇ ਹੈ, ਤਾਂ ਤੁਸੀਂ ਯਾਦ ਰੱਖਣਾ ਆਗਰਾ ਦੇ ਵਿੱਚ। ਠੀਕ ਹੈ, ਹੁਣ ਤੁਸੀਂ ਮੈਨੂੰ ਦੱਸੋ ਵੀ ਜਿਹੜੀ ਬਾਬਰ ਦੀ ਟੋਮ ਹੈ ਉਹ ਕਿੱਥੇ ਹੈ, ਬਾਬਰ ਦੀ ਟੋਮ ਕਿੱਥੇ ਹੈਗੀ, ਕਾਬੁਲ ਦੇ ਵਿੱਚ। ਠੀਕ ਹੈ, ਇਹ ਬਹੁਤ ਵਾਰ ਕੁਐਸਚਨ ਪੁੱਛਿਆ ਜਾਂਦਾ, ਕਾਬੁਲ ਅਫਗਾਨਿਸਤਾਨ ਦੇ ਵਿੱਚ ਬਾਬਰ ਦੀ ਟੋਮ ਹੈ। ਠੀਕ ਹੈ, ਇਹ ਜਿਹੜਾ ਚੀਨੀ ਕਾ ਰੋਜ਼ਾ ਹੈ ਕਿੱਥੇ ਹੈਗਾ, ਟੋਮ ਆਫ ਅਫਜ਼ਲ ਕਿੱਥੇ ਹੈਗੀ, ਆਗਰਾ ਦੇ ਵਿੱਚ ਹੈ। ਇਹ ਇਲਤੁਤਮਿਸ਼ ਦੀ ਗੱਲ ਕਰੀਏ ਤਾਂ ਉਹੀ ਟੋਮ ਕਿੱਥੇ ਮਿਲ ਜਾਂਦੀ ਹੈ, ਦਿੱਲੀ ਦੇ ਵਿੱਚ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ ਹੈਗਾ। ਠੀਕ ਹੈ, ਤਾਂ ਤੁਸੀਂ ਮੈਨੂੰ ਕਮੈਂਟ ਦੇ ਬਾਕਸ ਦੇ ਵਿੱਚ ਦੱਸਿਓ ਜਿਹੜੇ ਸ਼ੇਰਸ਼ਾਹ ਸੂਰੀ ਹੈ, ਠੀਕ ਹੈ, ਉਹਦੀ ਟੋਮ ਕਿੱਥੇ ਹੈ, ਠੀਕ ਹੈ, ਤੇ ਉਹਦਾ ਨਾਮ ਕੀ ਹੈ, ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ। ਨੈਕਸਟ ਕੀ ਹੈ, ਦ ਨੈਸ਼ਨਲ ਇੰਡੀਅਨ ਕਾਂਗਰਸ ਵਾਜ਼ ਫਾਊਂਡਡ ਇਨ 1894। ਠੀਕ ਹੈ, ਕਿੱਥੇ ਕੀਤੀ ਗਈ ਸੀਗੀ। ਠੀਕ ਹੈ, ਆਪਾਂ ਨੂੰ ਪਤਾ, ਪਹਿਲਾਂ ਤੁਸੀਂ ਸਿੱਧਾ ਹੀ ਕੁਐਸਚਨ ਯਾਦ ਰੱਖਣਾ ਕਿ ਨੈਸ਼ਨਲ ਇੰਡੀਅਨ ਕਾਂਗਰਸ ਕਦੋਂ ਬਣੀ ਸੀਗੀ 1894 ਦੇ ਵਿੱਚ। ਕਿੱਥੇ ਬਣੀ ਸੀ, ਸਾਊਥ ਅਫਰੀਕਾ ਦੇ ਵਿੱਚ। ਤਾਂ ਇਹਨੂੰ ਆਪਾਂ ਲਿੰਕ ਕਰ ਸਕਦੇ ਹਾਂ ਕਿ ਦੈਟ ਟਾਈਮ ਕੀ ਸੀਗਾ, ਜਿਹੜੇ ਗਾਂਧੀ ਜੀ ਸੀਗੇ, ਆਪਣੇ ਮਹਾਤਮਾ ਗਾਂਧੀ ਸੀਗੇ, ਉਹ ਉਸ ਟਾਈਮ ਕਿੱਥੇ ਹੁੰਦੇ ਸੀ, ਸਾਊਥ ਅਫਰੀਕਾ ਦੇ ਵਿੱਚ ਹੁੰਦੇ ਸੀ, ਤੇ ਉੱਥੇ ਆਪਣੇ ਇੰਡੀਅਨ ਦੇ ਰਾਈਟਸ ਨੂੰ ਪ੍ਰੀਜ਼ਰਵ ਕਰਨ ਵਾਸਤੇ, ਉਹਨਾਂ ਨੂੰ ਆਪਣੇ ਨੂੰ ਸੇਫ ਕਰਨ ਵਾਸਤੇ ਇੱਕ ਕਾਂਗਰਸ ਬਣਾਈ ਗਈ ਸੀ, ਨੈਸ਼ਨਲ ਇੰਡੀਅਨ ਕਾਂਗਰਸ। ਇਹ ਤੁਸੀਂ ਯਾਦ ਰੱਖਿਓ ਕਿਹਦੇ ਦੁਆਰਾ, ਮਹਾਤਮਾ ਗਾਂਧੀ ਜੀ ਦੁਆਰਾ ਬਣਾਈ ਗਈ ਸੀ। ਤੇ ਠੀਕ ਹੈ, ਇਹਦੇ ਨਾਲ ਹੀ ਇੱਕ ਕੁਐਸਚਨ ਜਿਹੜਾ ਕਿ ਬਾਰ-ਬਾਰ ਪੇਪਰਾਂ 'ਚ ਪੁੱਛਿਆ ਜਾਂਦਾ ਹੈਗਾ ਕਿ ਜਦੋਂ ਕਿੰਨੀ ਤਰੀਕ ਨੂੰ, ਠੀਕ ਹੈ, ਜਿਹੜੇ ਆਪਣੇ ਗਾਂਧੀ ਜੀ ਸੀਗੇ ਉਹ ਭਾਰਤ ਆਏ ਸੀਗੇ। ਠੀਕ ਹੈ, ਤੁਸੀਂ ਯਾਦ ਰੱਖਣਾ 9 ਜਨਵਰੀ
15 ਦੇ ਵਿੱਚ 9 ਜਨਵਰੀ 1915 ਦੇ ਵਿੱਚ ਗਾਂਧੀ ਜੀ ਕੀਤੇ ਸੀਗੇ ਭਾਰਤ ਦੇ ਵਿੱਚ ਆਏ ਸੀਗੇ। ਇਸੇ ਕਰਕੇ 9 ਜਨਵਰੀ ਨੂੰ ਹਰ ਸਾਲ NRI ਡੇ ਜਿਹੜਾ ਕਿ ਹਰ ਵਾਰ ਪੇਪਰ 'ਚ ਪੁੱਛਿਆ ਜਾ ਰਿਹਾ ਹੈਗਾ ਕਿ ਕਦੋਂ ਮਨਾਇਆ ਜਾਂਦਾ ਹੈ। NRI ਡੇ ਮਨਾਇਆ ਜਾਂਦਾ ਹੈਗਾ 9 ਜਨਵਰੀ ਨੂੰ, ਜਾਂ ਇਹਨੂੰ ਭਾਰਤ ਪ੍ਰਵਾਸੀ ਦਿਵਸ ਵੀ ਕਿਹਾ ਜਾਂਦਾ ਹੈਗਾ, ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਕੀ ਹੈ, ਦ ਵਰਲਡ ਬੈਂਕ ਹੈਜ਼ ਅਪਰੂਵਡ ਆ 5-year ਲੋਨ ਟੂ ਦ ਨਮਾਮੀ ਗੰਗੇ ਪ੍ਰੋਜੈਕਟ worth $dash to develop and improve infrastructure projects to abate pollution in the river basin। ਠੀਕ ਹੈ, ਨਮਾਮੇ ਗੰਗੇ ਪ੍ਰੋਜੈਕਟ ਲਈ ਵਰਲਡ ਬੈਂਕ ਨੇ ਕਿੰਨਾ ਲੋਨ ਦਿੱਤਾ, ਇਹ ਤੁਸੀਂ ਦੱਸਣਾ ਹੈ। ਤਾਂ ਇਹ ਫੈਕਚੁਅਲ ਕੁਐਸਚਨ ਹੈ, ਸਿੱਧਾ ਹੀ ਯਾਦ ਰੱਖਣਾ। 400 ਮਿਲੀਅਨ ਡਾਲਰ ਦਾ ਲੋਨ ਦਿੱਤਾ, ਠੀਕ ਹੈ, ਕਿਨੇ, ਵਰਲਡ ਬੈਂਕ ਨੇ। ਇਹ ਤੁਸੀਂ ਸਿੱਧਾ ਹੀ ਯਾਦ ਰੱਖਣਾ ਹੈ। ਤੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ ਵਰਲਡ ਬੈਂਕ ਦੇ ਹੈੱਡਕੁਆਟਰ ਕਿੱਥੇ ਨੇ, ਠੀਕ ਹੈ, ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ। ਨੈਕਸਟ ਕੁਐਸਚਨ ਕੀ ਹੈ, ਵਿਚ ਆਫ ਦ ਫੋਲੋਇੰਗ ਇਜ਼ ਐਨ ਆਟੋਬਾਇਓਗ੍ਰਾਫੀ ਆਫ ਅਬਦੁਲ ਕਲਾਮ। ਠੀਕ ਹੈ, ਬਹੁਤ ਹੀ ਜ਼ਿਆਦਾ ਸੌਖਾ ਕੁਐਸਚਨ, ਹਰ ਇੱਕ ਪੇਪਰ 'ਚ ਰਿਪੀਟ ਕਰ ਰਿਹਾ, ਚਾਹੇ ਉਹ ਕੋਆਪਰੇਟਿਵ ਬੈਂਕ ਦਾ ਪੇਪਰ ਹੋਵੇ, ਠੀਕ ਹੈ, ਚਾਹੇ ਉਹ ਆਪਣਾ ਐਕਸਾਈਜ਼ ਇੰਸਪੈਕਟਰ ਦਾ ਜਿਹੜਾ ਪੁਰਾਣਾ ਪੇਪਰ ਸੀਗਾ ਉਹਦੇ ਵਿੱਚ ਵੀ ਪੁੱਛਿਆ ਗਿਆ ਸੀਗਾ, ਠੀਕ ਹੈ, ਤੇ ਕਈ ਸ਼ਿਫਟਾਂ ਦੇ ਵਿੱਚ ਤਾਂ ਪੁੱਛਿਆ ਹੀ ਗਿਆ ਹੈਗਾ, ਠੀਕ ਹੈ। ਤੁਸੀਂ ਯਾਦ ਰੱਖਣਾ ਵਿੰਗਸ ਆਫ ਫਾਇਰ ਕੀ ਹੈਗੀ, ਅਬਦੁਲ ਕਲਾਮ ਜੀ ਦੀ ਕੀ ਹੈ, ਆਟੋਬਾਇਓਗ੍ਰਾਫੀ ਹੈ। ਇਹਦੇ ਨਾਲ ਹੀ ਯਾਦ ਰੱਖਿਓ ਤੁਸੀਂ ਮਾਈ ਐਕਸਪੈਰੀਮੈਂਟਸ ਵਿਦ ਟਰੁੱਥ ਕਿਹਦੀ ਹੈ, ਮਹਾਤਮਾ ਗਾਂਧੀ ਦੀ ਕਿਹੜੀ ਹੈਗੀ, ਮਾਈ ਐਕਸਪੈਰੀਮੈਂਟਸ ਵਿਦ ਟਰੁੱਥ ਹੈ। ਇਹੀ ਲੌਂਗ ਵਾਕ ਟੂ ਫਰੀडम ਦੇਖੀਏ ਤਾਂ ਨੈਲਸਨ ਮੰਡੇਲਾ ਦੀ ਕਿਹੜੀ ਹੈਗੀ, ਲੌਂਗ ਵਾਕ ਟੂ ਫਰੀडम। ਇਹ ਵੀ ਕਈ ਪੇਪਰਾਂ 'ਚ ਪੁੱਛੀ ਗਈ ਹੈ, ਤੁਸੀਂ ਯਾਦ ਰੱਖਣਾ ਹੈ, ਠੀਕ ਹੈ। ਨਾਲ ਹੀ ਇੱਕ ਕੁਐਸਚਨ ਹੋਰ ਦੱਸਦਾ ਮੈਂ, ਨੈਲਸਨ ਮੰਡੇਲਾ ਇਹੋ ਜਿਹੇ ਨੇਗੇ ਫੋਰਨਰ, ਠੀਕ ਹੈ, ਜਿਨ੍ਹਾਂ ਨੂੰ ਖਾਨ ਅਬਦੁਲ ਗਫਾਰ ਨੇਗੇ, ਉਹਨਾਂ ਤੋਂ ਇਲਾਵਾ ਜੇ ਕਿਸੇ ਨੂੰ ਭਾਰਤ ਰਤਨ, ਠੀਕ ਹੈ, 2 ਫੋਰਨਰ ਨੂੰ ਮਿਲਿਆ ਹੈਗਾ ਹਾਲੇ ਤੱਕ, ਠੀਕ ਹੈ, ਜਿਹੜੇ ਕਿ ਆਪਣੀ ਇੰਡੀਅਨ ਸਿਟੀਜ਼ਨਸ਼ਿਪ ਜਿਨ੍ਹਾਂ ਨੇ ਨਹੀਂ ਲਈ, ਠੀਕ ਹੈ, ਉਹ ਹੈਗੇ ਨੇਗੇ ਨੈਲਸਨ ਮੰਡੇਲਾ ਤੇ ਖਾਨ ਅਬਦੁਲ ਗਫਾਰ ਖਾਨ, ਠੀਕ ਹੈ, ਦੋਨਾਂ ਨੂੰ ਮਿਲਿਆ ਤਾਂ ਨੈਲਸਨ ਮੰਡੇਲਾ ਨੂੰ ਵੀ ਮਿਲੇਗਾ, ਇਹ ਤੁਸੀਂ ਯਾਦ ਰੱਖਣਾ, ਠੀਕ ਹੈ। ਨੈਕਸਟ ਕੀ ਹੈਗਾ, ਡ੍ਰੀਮਸ ਆਫ ਮਾਈ ਫਾਦਰ, ਇਹ ਕਿਹਨਾਂ ਦੀ ਹੈਗੀ, ਬਰਾਕ ਓਬਾਮਾ ਜਿਹੜੇ ਕਿ ਪ੍ਰੈਜ਼ੀਡੈਂਟ ਸੀਗੇ ਅਮਰੀਕਾ ਦੇ, ਠੀਕ ਹੈ, ਉਹਨਾਂ ਦੀ ਜਿਹੜੀ ਆਟੋਬਾਇਓਗ੍ਰਾਫੀ ਹੈ ਉਹਦਾ ਨਾਮ ਹੈਗਾ ਡ੍ਰੀਮਸ ਫਰੋਮ ਮਾਈ ਫਾਦਰ, ਠੀਕ ਹੈ। ਕੁਛ ਕੁ ਆਟੋਬਾਇਓਗ੍ਰਾਫੀ ਜੇ ਹੋਰ ਦੱਸਾਂ ਮੈਂ, ਮਾਈਂਡ ਮਾਸਟਰ ਇਹ ਕਿਹਨਾਂ ਦੀ ਹੈਗੀ, ਵਿਸ਼ਵਨਾਥ ਆਨੰਦ, ਜਿਹੜੇ ਕਿ ਆਪਣੇ ਫਸਟ ਗ੍ਰੈਂਡ ਮਾਸਟਰ ਸੀਗੇ ਚੈਸ ਦੇ ਵਿੱਚ, ਠੀਕ ਹੈ, ਜਿਨ੍ਹਾਂ ਨੂੰ ਪਹਿਲਾਂ ਕੀ ਮਿਲਿਆ ਸੀਗਾ, ਮੇਜਰ ਧਿਆਨ ਚੰਦ ਅਵਾਰਡ, ਜਿਹੜਾ ਕਿ ਪਹਿਲਾਂ ਨਾਮ ਰਾਜੀਵ ਗਾਂਧੀ ਖੇਲ ਰਤਨ ਸੀਗਾ, ਜਿਹੜਾ ਹੁਣ ਮੇਜਰ ਧਿਆਨ ਚੰਦ ਕਰਤਾ, ਠੀਕ ਹੈ। ਉਹ ਫਸਟ ਅਵਾਰਡ 1991 ਦੇ ਵਿੱਚ ਉਹ ਵੀ ਕਿਹਨਾਂ ਨੂੰ ਮਿਲਿਆ ਸੀਗਾ, ਵਿਸ਼ਵਨਾਥ ਆਨੰਦ ਨੂੰ ਮਿਲਿਆ ਸੀ, ਜਿਹੜੇ ਕਿ ਆਪਣੇ ਚੈਸ ਦੇ ਫਸਟ ਗ੍ਰੈਂਡ ਮਾਸਟਰ ਨੇਗੇ, ਤੇ ਉਹਨਾਂ ਦੀ ਆਟੋਬਾਇਓਗ੍ਰਾਫੀ ਦਾ ਨਾਮ ਕੀ ਹੈਗਾ, ਮਾਈਂਡ ਮਾਸਟਰ। ਇਹ ਤੁਸੀਂ ਯਾਦ ਰੱਖਿਓ। ਨਾਲ ਹੀ ਇੱਕ ਤੁਸੀਂ ਹੋਰ ਯਾਦ ਰੱਖਿਓ, ਭਗਤ ਸਿੰਘ ਜੀ, ਠੀਕ ਹੈ, ਭਗਤ ਸਿੰਘ ਦੀ ਜਿਹੜੀ ਆਟੋਬਾਇਓਗ੍ਰਾਫੀ ਸੀ ਉਹਦਾ ਨਾਮ ਸੀ ਵਾਈ ਆਈ ਐਮ ਅਥੀਸਟ, ਠੀਕ ਹੈ, ਵਾਈ ਆਈ ਐਮ ਅਥੀਸਟ। ਇਹ ਕਿਹਨਾਂ ਦੀ ਸੀਗੀ, ਭਗਤ ਸਿੰਘ ਜੀ ਸੀ। ਇਹੀ ਆਪਾਂ ਗੱਲ ਕਰੀਏ ਮੈਰੀ ਕੌਮ ਦੀ, ਠੀਕ ਹੈ, ਮੈਰੀ ਕੌਮ ਦੀ ਸੀਗੀ ਅਨਬ੍ਰੇਕੇਬਲ, ਠੀਕ ਹੈ, ਅਨਬ੍ਰੇਕੇਬਲ, ਇਹ ਵੀ ਤੁਸੀਂ ਯਾਦ ਰੱਖਿਓ, ਠੀਕ ਹੈ। ਇਹ ਜਿਹੜੀਆਂ ਆਟੋਬਾਇਓਗ੍ਰਾਫੀਜ਼ ਨੇਗੀਆਂ ਹਰ ਇੱਕ ਪੇਪਰ 'ਚ ਪੁੱਛੀ ਜਾਂਦੀ ਸੀ, ਜਿਵੇਂ ਖੁਸ਼ਵੰਤ ਸਿੰਘ ਜੀ ਦੀ ਪੁੱਛੀ ਗਈ ਸੀਗੀ, ਠੀਕ ਹੈ, ਪਟਵਾਰੀ ਦੇ ਮੇਨ 'ਚ ਪੁੱਛੀ ਗਈ ਸੀਗੀ, ਠੀਕ ਹੈ। ਇਹ ਤੁਸੀਂ ਯਾਦ ਰੱਖਣੀਆਂ ਨੇਗੀਆਂ। ਇੱਕ ਜਿਹੜੀ ਇੰਪੋਰਟੈਂਟ ਕਰੰਟ ਦੇ ਵਿੱਚ ਚੱਲ ਰਹੀ ਸੀਗੀ, ਸੋਨੂ ਸੂਦ, ਠੀਕ ਹੈ, ਸੋਨੂ ਸੂਦ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਕਰੋਨਾ ਟਾਈਮ ਦੇ ਵਿੱਚ, ਉਹਨਾਂ ਦੀ ਹੈਗੀ ਆਈ ਐਮ ਨੋ ਮਸੀਹਾ, ਠੀਕ ਹੈ। ਇਹ ਤੁਸੀਂ ਯਾਦ ਰੱਖਣੀਆਂ ਨੇਗੀਆਂ, ਜਿੰਨੀਆਂ ਵੀ ਆਟੋਬਾਇਓਗ੍ਰਾਫੀਜ਼ ਨੇ ਇਹ ਤੁਸੀਂ ਕਾਪੀ 'ਚ ਨੋਟ ਕਰ ਲੈਣੀਆਂ ਨੇਗੀਆਂ। ਨੈਕਸਟ ਕੁਐਸਚਨ ਕੀ ਕਹਿ ਰਿਹਾ ਹੈਗਾ, ਵਿਚ ਆਫ ਦ ਫੋਲੋਇੰਗ ਮਿਊਜ਼ੀਸ਼ੀਅਨਸ ਆਫ ਸਿੱਖ ਡਿਵੋਸ਼ਨਲ ਮਿਊਜ਼ਿਕ ਇਜ਼ ਆ ਰੈਸੀਪੀਐਂਟ ਆਫ ਪਦਮ ਸ਼੍ਰੀ, ਠੀਕ ਹੈ। ਕਿਹੜੇ ਸਿੱਖ ਮਿਊਜ਼ੀਸ਼ੀਅਨ ਸੀਗੇ ਜਿਨ੍ਹਾਂ ਨੂੰ ਕੀ ਮਿਲਿਆ, ਪਦਮ ਸ਼੍ਰੀ ਮਿਲਿਆ, ਜਿਹੜਾ ਕਿ ਆਪਣਾ ਇੱਕ ਅਵਾਰਡ ਹੈ, ਚਾਹੇ ਜਿਵੇਂ ਭਾਰਤ ਰਤਨ ਹੈ, ਠੀਕ ਹੈ, ਸਭ ਤੋਂ ਉੱਪਰ, ਫਿਰ ਪਦਮ ਵਿਭੂਸ਼ਣ ਆ ਜਾਂਦਾ, ਪਦਮ ਵਿਭੂਸ਼ਣ, ਫਿਰ ਪਦਮ ਭੂਸ਼ਣ, ਠੀਕ ਹੈ, ਫਿਰ ਉਦੋਂ ਬਾਅਦ ਆ ਜਾਂਦਾ ਪਦਮ ਸ਼੍ਰੀ, 4th ਹਾਈਐਸਟ ਸਿਵਿਲੀਅਨ ਅਵਾਰਡ, ਠੀਕ ਹੈ, ਪਦਮ ਸ਼੍ਰੀ ਕਿਹਨਾਂ ਨੂੰ ਮਿਲਿਆ, ਭਾਈ ਨਿਰਮਲ ਸਿੰਘ ਖਾਲਸਾ। ਇਹਨਾਂ ਦੀ ਪਿੱਛੇ ਜਿਹੇ ਹੀ ਡੈਥ ਹੋ ਗਈ ਸੀਗੀ, ਠੀਕ ਹੈ, ਭਾਈ ਨਿਰਮਲ ਸਿੰਘ ਖਾਲਸਾ, ਜਿਹੜੇ ਕਿ ਆਪਣੇ ਰਾਗੀ ਸੀਗੇ, ਠੀਕ ਹੈ, ਅੰਮ੍ਰਿਤਸਰ ਦੇ ਵਿੱਚ ਰਾਗੀ ਸੀਗੇ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਕੀ ਆ ਗਿਆ, ਹੂ ਅਕੋਰਡਿੰਗ ਟੂ ਦ ਕੰਸਟੀਟਿਊਸ਼ਨ ਆਫ ਇੰਡੀਆ ਹੈਜ਼ ਅ ਪਾਵਰ ਟੂ ਡਿਕਲੇਅਰ ਐਨੀ ਏਰੀਆ ਅ ਸ਼ਡਿਊਲ ਏਰੀਆ। ਯਾਦ ਰੱਖਿਓ, ਕੌਣ ਡਿਕਲੇਅਰ ਕਰ ਸਕਦਾ ਹੈ ਵੀ ਕੋਈ ਏਰੀਏ ਨੂੰ ਸ਼ਡਿਊਲ ਏਰੀਆ ਮੀਨਸ, ਠੀਕ ਹੈ, ਜਿਹਨੂੰ ਪ੍ਰੋਟੈਕਟ ਕਰਨ ਦੀ, ਜਿਹਨੂੰ ਹੋਰ ਆਪਾਂ ਪ੍ਰੋਵੀਜ਼ਨਸ ਅੱਛੇ ਦੇ ਸਕਦੇ ਹਾਂਗੇ, ਉਹ ਇੱਕ ਸ਼ਡਿਊਲ ਏਰੀਆ ਡਿਕਲੇਅਰ ਕੌਣ ਕਰ ਸਕਦਾ, ਪ੍ਰੈਜ਼ੀਡੈਂਟ, ਠੀਕ ਹੈ। ਯਾਦ ਰੱਖਿਓ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ। ਆਪਾਂ ਨੂੰ ਪਤਾ ਹੈ 5th ਤੇ ਜਿਹੜਾ 6th ਸ਼ਡਿਊਲ ਹੈ ਉਹ ਸ਼ਡਿਊਲ ਏਰੀਆ ਤੇ ਸ਼ਡਿਊਲ ਟਰਾਈਬਸ ਵਗੈਰਾ ਦੀ ਗੱਲ ਕਰਦਾ ਹੈਗਾ। ਤੇ ਆਪਾਂ ਜੇ 6th ਸ਼ਡਿਊਲ ਤਾਂ ਮੈਂ ਤੁਹਾਨੂੰ ਪਹਿਲਾਂ ਪੜ੍ਹਾਤਾ, ਜਿਹਦੇ ਵਿੱਚ ਕੀ ਤੁਹਾਨੂੰ ਟ੍ਰਿਕ ਵੀ ਦੱਸੀ ਸੀ ATM2, ਠੀਕ ਹੈ। ਉਵੇਂ ਹੀ 5th ਸ਼ਡਿਊਲ ਹੈ ਜਿਹੜਾ ਉਹ ਸ਼ਡਿਊਲ ਏਰੀਆਜ਼ ਦੀ ਗੱਲ ਕਰਦਾ, ਵੱਖ-ਵੱਖ ਸਟੇਟਸ 'ਚ ਲਗਭਗ 9 ਸਟੇਟਸ ਨੇ ਜਿਹੜੀਆਂ, ਉਹਨਾਂ ਵਿੱਚ ਸ਼ਡਿਊਲ ਏਰੀਆਜ਼ ਵੰਡੇ ਗਏ ਨੇਗੇ, ਤੇ ਉਹ ਕਿਹੜੇ ਆਰਟੀਕਲ ਅੰਡਰ ਆਉਂਦੇ ਨੇਗੇ,
ਠੀਕ ਹੈ, ਉਹ ਮਤਲਬ ਕਿ ਡਿਕਲੇਅਰ ਕੌਣ ਕਰਦਾ ਹੈਗਾ, ਪ੍ਰੈਜ਼ੀਡੈਂਟ ਕਰਦਾ ਹੈਗਾ ਵੀ ਇਹ ਸ਼ਡਿਊਲ ਏਰੀਆ ਹੈਗਾ ਗਾ। ਠੀਕ ਹੈ, ਕਿਹੜੇ ਸ਼ਡਿਊਲ ਅੰਡਰ, 5th ਸ਼ਡਿਊਲ ਅੰਡਰ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਕੀ ਹੈਗਾ, ਹੂ ਵਾਜ਼ ਦਾ ਚੇਅਰਮੈਨ ਆਫ ਦਾ ਕਮੇਟੀ ਅਪੋਇੰਟਡ ਇਨ 1977 ਟੂ ਰਿਵਿਊ ਦਾ ਵਰਕਿੰਗ ਆਫ ਦਾ ਪੰਚਾਇਤੀ ਰਾਜ। ਠੀਕ ਹੈ, ਪੰਚਾਇਤੀ ਰਾਜ ਦੀ ਵਰਕਿੰਗ ਕਮੇਟੀ ਬਣਾਈ ਗਈ ਸੀ ਇੱਕ 1977 ਦੇ ਵਿੱਚ, ਤਾਂ ਕਿਹੜੀ ਸੀਗੀ ਉਹ, ਅਸ਼ੋਕ ਮਹਿਤਾ ਕਮੇਟੀ। ਠੀਕ ਹੈ, ਅਸ਼ੋਕ ਮਹਿਤਾ ਕਮੇਟੀ ਸੀ। ਇਸ ਤੋਂ ਇਲਾਵਾ ਹੋਰ ਵੀ ਕਮੇਟੀਆਂ ਸੀਗੀਆਂ, ਬਲਵੰਤ ਰਾਏ ਕਮੇਟੀ ਹੋ ਗਈ। ਠੀਕ ਹੈ, ਜਿੰਨੀਆਂ ਵੀ ਕਮੇਟੀ ਸੀਗੀਆਂ ਨਾ, ਜਿੰਨੀਆਂ ਵੀ ਪੰਚਾਇਤੀ ਰਾਜ ਨਾਲ ਕਮੇਟੀ ਸੀਗੀਆਂ, ਉਹਨਾਂ ਦੀ ਇੱਕ ਟ੍ਰਿਕ ਬਣਾ ਕੇ ਮੈਨੇ ਜਿਹੜਾ ਟੈਲੀਗ੍ਰਾਮ ਚੈਨਲ ਆਪਣਾ, ਇਸ ਨਾਮ ਤੋਂ ਭਾਰਤ IQ ਐਜੂਕੇਸ਼ਨ ਤੋਂ ਟੈਲੀਗ੍ਰਾਮ ਚੈਨਲ ਹੈਗਾ, ਜਿਹਦਾ ਕਿ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ। ਉਹਦੇ ਵਿੱਚ ਮੈਂ ਰੋਜ਼ ਇੱਕ ਨਾ ਦੋ ਚੀਜ਼ਾਂ ਦੀਆਂ ਟ੍ਰਿਕਸ ਪਾਉਂਦਾ, ਤੁਸੀਂ ਉੱਥੇ ਜਾ ਕੇ ਇਹਨੂੰ ਜੁਆਇਨ ਕਰ ਲਓ। ਠੀਕ ਹੈ, ਜੁਆਇਨ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਰੋਜ਼ ਕੋਈ ਨਾ ਕੋਈ ਟ੍ਰਿਕ ਆਪਾਂ ਪਾਉਂਦੇ ਆਂਗੇ, ਜਿਹਦੇ ਨਾਲ ਤੁਹਾਨੂੰ ਚੀਜ਼ਾਂ ਆਸਾਨੀ ਨਾਲ ਯਾਦ ਹੋ ਸਕਣ, ਤੁਸੀਂ ਉੱਥੋਂ ਜਾ ਕੇ ਦੇਖ ਲੈਣੀਆਂ ਨੇ। ਨੈਕਸਟ ਕੁਐਸਚਨ ਕੀ ਹੈਗਾ, ਇੰਪਲੋਇਮੈਂਟ ਆਫ ਚਿਲਡਰਨ ਫॉर ਬੈਗਿੰਗ ਇਜ਼ ਪਨਿਸ਼ੇਬਲ ਵਿਦ ਡੈਸ਼ ਅੰਡਰ ਦਾ ਜੁਵੇਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ 2015। ਇੱਕ ਤਾਂ ਤੁਸੀਂ ਯਾਦ ਰੱਖਣਾ, ਜਿਹੜਾ ਜੁਵੇਨਾਈਲ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ ਹੈਗਾ ਕਦੋਂ ਆਇਆ, 2015 ਦੇ ਵਿੱਚ ਆਇਆ। ਤਾਂ ਕਹਿੰਦੇ ਇੰਪਲੋਇਮੈਂਟ ਹੈ ਜਿਹੜੀ ਚਿਲਡਰਨ ਦੀ ਫॉर ਬੈਗਿੰਗ, ਮਤਲਬ ਕਿ ਕੋਈ ਇੰਪਲੋਏ ਕਰਦਾ ਹੈਗਾ ਬੈਗਿੰਗ ਕਰਨ ਵਾਸਤੇ ਚਿਲਡਰਨ ਨੂੰ, ਤਾਂ ਉਹਨੂੰ ਕੀ ਸਜ਼ਾ ਮਿਲੂਗੀ। ਤਾਂ ਤੁਸੀਂ ਯਾਦ ਰੱਖਣਾ ਹੈ, ਇਹ ਟਰਮ ਵਿੱਚ ਮੇ ਐਕਸਟੈਂਡ ਟੂ 5 ਈਅਰ, 5 ਸਾਲ ਦੀ ਸਜ਼ਾ ਹੋ ਸਕਦੀ ਹੈ। ਐਂਡ ਸੈਲ ਆਲਸੋ ਵੀ ਲਾਇਬਲ ਟੂ ਫਾਈਨ ਆਫ 1 ਲੱਖ ਰੁਪੀਜ਼, ਜਾਂ ਤਾਂ 5 ਸਾਲ ਦੀ ਸਜ਼ਾ ਤੇ ਨਾਲ ਐਡੀਸ਼ਨਲ ਕੀ ਲੱਗ ਸਕਦਾ ਹੈਗਾ, 1 ਲੱਖ ਦਾ ਉਹਦੇ ਤੇ ਜੁਰਮਾਨਾ ਵੀ ਲੱਗ ਸਕਦਾ ਹੈ। ਇਹ ਤੁਸੀਂ ਯਾਦ ਰੱਖਣਾ। ਕਿਹੜਾ ਐਕਟ, ਜੁਵੇਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ 2015, ਇਹ ਤੁਸੀਂ ਯਾਦ ਰੱਖਣਾ ਬੈਗਿੰਗ ਲਈ। ਠੀਕ ਹੈ, ਨੈਕਸਟ ਕੁਐਸਚਨ ਕੀ ਆਏਗਾ, ਵਟ ਇਜ਼ ਦਾ ਫੁੱਲ ਫਾਰਮ ਆਫ AIFI। ਠੀਕ ਹੈ, AIFI ਹੈ ਜਿਹੜਾ, ਠੀਕ ਹੈ, ਉਹਦੀ ਫੁੱਲ ਫਾਰਮ ਕੀ ਹੈ। ਠੀਕ ਹੈ, ਸਿੱਧੀ ਜੀ ਗੱਲ ਹੈ, ਆਲ ਇੰਡੀਆ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ। ਠੀਕ ਹੈ, ਆਪਾਂ ਨੂੰ ਪਤਾ ਹੈ ਆਪਣੇ ਇੰਡੀਆ ਦੇ ਵਿੱਚ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਕੰਮ ਕਰਦੇ ਨੇ, ਜਿਹੜੇ ਕਿ ਆਪਣੀ ਇਕੋਨਮੀ ਨੂੰ ਵਧੀਆ ਚੱਲਣ ਦੇ ਵਿੱਚ ਕੀ ਕਰਦੇ ਨੇਗੇ, ਹੈਲਪ ਕਰਦੇ ਨੇਗੇ। ਚਾਹੇ ਉਹ ਨਬਾਰਡ ਬੈਂਕ ਹੋਵੇ, ਠੀਕ ਹੈ, ਨਬਾਰਡ ਬੈਂਕ ਹੋ ਗਿਆ, ਐਗਜ਼ਿਮ ਬੈਂਕ ਹੋ ਗਿਆ, ਐਕਸਪੋਰਟ ਇੰਪੋਰਟ ਜਿਹਨੂੰ ਕਹਿੰਦੇ ਨੇਗੇ ਆਪਾਂ, ਹੈ ਨਾ। ਇਹ ਸਾਰੇ ਕੀ ਨੇ, ਆਪਣੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇਗੇ, ਜਿਨ੍ਹਾਂ ਨੂੰ ਆਲ ਇੰਡੀਆ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦਾ ਨਾਮ ਦਿੱਤਾ ਗਿਆ ਹੈਗਾ। ਠੀਕ ਹੈ, ਇਹ ਕੀ ਕਰਦੇ ਨੇ, ਆਪਣੀ ਇਕੋਨਮੀ ਨੂੰ ਸਮੂਥ ਚੱਲਣ ਦੇ ਵਿੱਚ, ਆਪਣੀ ਇਕੋਨਮੀ ਨੂੰ ਗਰੋਥ ਕਰਨ ਦੇ ਵਿੱਚ ਹੈਲਪ ਕਰਦੇ ਨੇ। ਇਹ ਤੁਸੀਂ ਯਾਦ ਰੱਖਣਾ। ਠੀਕ ਹੈ, ਇਹ ਕੀ ਸੀਗਾ ਤੁਹਾਡੇ ਅੱਜ ਦੇ 20 ਕੁਐਸਚਨ ਸੀਗੇ। ਠੀਕ ਹੈ, ਆਪਾਂ ਨੈਕਸਟ ਵੀਡੀਓ ਦੇ ਵਿੱਚ ਅਗਲੇ 20 ਕੁਐਸਚਨ ਕਰਾਂਗੇ। ਠੀਕ ਹੈ, ਬਾਕੀ ਜੇ ਤੁਹਾਡੇ ਕੋਈ ਸੁਜੈਸ਼ਨਸ ਨੇਗੇ, ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ। ਠੀਕ ਹੈ, ਬਾਕੀ ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਠੀਕ ਹੈ, ਥੈਂਕ ਯੂ ਸੋ ਮਚ।